ਵਾਰ ਇੱਕ ਦਿਨ ਦੇ ਵਿੱਚ 58 ਲੋਕਾਂ ਦੀ ਗਈ ਜਾਨ। ਮੌਤ ਦਰ ਦੇ ਮਾਮਲੇ ਦੇ ਵਿੱਚ ਪੰਜਾਬ ਹੌਟਸਪੌਟ, ਮਹਾਰਾਸ਼ਟਰ ਤੋਂ ਵੀ ਅੱਗੇ। ਕੋਰੋਨਾ ਕਾਰਨ ਚੰਡੀਗੜ੍ਹ ਦੇ ਸਕੂਲ ਕਾਲਜਾਂ ਨੂੰ ਵੀ ਲੱਗਿਆ ਤਾਲਾ। 31 ਮਾਰਚ ਤੱਕ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ। ਹੋਲੀ ਦੇ ਸਮਾਗਮਾਂ ਤੇ ਵੀ ਲਗਾਈ ਰੋਕ। ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਅੱਜ ਮਨਾਉਣਗੇ ਸ਼ਹੀਦੀ ਦਿਵਸ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਕਰਨਗੇ ਨਮਨ। ਖਟਕੜ ਕਲਾਂ ਦੇ ਵਿੱਚ ਵੀ ਕਿਸਾਨਾਂ ਦੀ ਹੋਵੇਗੀ ਵੱਡੀ ਰੈਲੀ। ਟੋਲ ਪਲਾਜ਼ਾ ਤੇ ਕਿਸਾਨਾਂ ਦੇ ਅੰਦੋਲਨ ਕਾਰਨ ਨੈਸ਼ਨਲ ਹਾਈਵੇ ਅਥਾਰਟੀ ਨੂੰ ਕਰੋੜਾਂ ਦਾ ਨੁਕਸਾਨ। ਪੰਜਾਬ ਦੇ ਵਿੱਚ 487 ਕਰੋੜ ਤਾਂ ਹਰਿਆਣਾ ਦੇ ਵਿੱਚ 326 ਕਰੋੜ ਦਾ ਪਿਆ ਘਾਟਾ। ਰਾਜ ਸਭਾ ਦੇ ਵਿੱਚ ਗਡਕਰੀ ਨੇ ਦਿੱਤੀ ਜਾਣਕਾਰੀ। ਬਾਘਾ ਪੁਰਾਣਾ ਰੈਲੀ ਤੋਂ ਬਾਅਦ ਕੇਜਰੀਵਾਲ ਤੇ ਕੈਪਟਨ ਦਾ ਵੱਡਾ ਹਮਲਾ। ਬੋਲੇ ਅੱਵਲ ਦਰਜੇ ਦੇ ਫਰੇਬੀ ਤੇ ਝੂਠੇ ਹਨ ਕੇਜਰੀਵਾਲ। 2017 ਦੇ ਵਿੱਚ ਵੀ ਜਨਤਾ ਦੇ ਨਾਲ ਕੀਤੇ ਸਨ ਝੂਠੇ ਵਾਅਦੇ। ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਦਿੱਲੀ ਦੇ ਵਿੱਚ ਹੋਵੇਗੀ ਅਹਿਮ ਬੈਠਕ। ਸਿੰਧੂ ਜਲ ਸਮਝੌਤੇ ਤੇ ਹੋਵੇਗੀ ਵਾਰਤਾ। ਕਰੀਬ 2 ਸਾਲ ਬਾਅਦ ਆਮੋ ਸਾਹਮਣੇ ਹੋਣਗੇ ਅਧਿਕਾਰੀ। ਪੁਲਵਾਮਾ ਹਮਲੇ ਤੋਂ ਬਾਅਦ ਬੰਦ ਪਈ ਸੀ ਗੱਲਬਾਤ। ਗੁਰਲਾਲ ਕਤਲ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ। ਰਾਜਸਥਾਨ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਦੇਣ ਤੋਂ ਕੀਤਾ ਇਨਕਾਰ। ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ। ਬਿਸ਼ਨੋਈ ਨੇ ਗੁਰਲਾਲ ਦੇ ਕਤਲ ਦੀ ਲਈ ਸੀ ਜ਼ਿੰਮੇਵਾਰੀ। ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਪੰਜਾਬ ਦੀ ਧੂਮ। ਪੰਜਾਬੀ ਫਿਲਮ ਰੱਬ ਦਾ ਰੇਡੀਓ 2 ਨੂੰ ਮਿਲਿਆ ਨੈਸ਼ਨਲ ਅਵਾਰਡ। ਬੀ ਪ੍ਰਾਕ ਬਣੇ ਬੈਸਟ ਮੇਲ ਪਲੇਬੈਕ ਸਿੰਗਰ। ਮਨੋਜ ਬਾਜਪਾਈ ਬੈਸਟ ਅਦਾਕਾਰ ਤੇ ਕੰਗਨਾ ਰਣੌਤ ਨੂੰ ਬੈਸਟ ਅਦਾਕਾਰਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੋਰੋਨਾ ਦੇ ਕਹਿਰ ਦੀ। ਪੰਜਾਬ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦਾ ਗ੍ਰਾਫ ਵਧ ਰਿਹਾ, ਜਿਸ ਨੂੰ ਲੈ ਕੇ ਹੁਣ ਕੋਰੋਨਾ ਆਪਣਾ ਕਹਿਰ ਬਰਪਾਉਣਾ ਸ਼ੁਰੂ ਕਰ ਰਿਹਾ ਹੈ। 24 ਘੰਟਿਆਂ ਵਿੱਚ 58 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਔਰ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਸ਼ਾਮਿਲ ਨੇ। ਹੁਸ਼ਿਆਰਪੁਰ ਦੇ ਵਿੱਚ 10 ਅਤੇ ਜਲੰਧਰ ਨਵਾਂ ਸ਼ਹਿਰ ਦੇ ਵਿੱਚ 9 ਲੋਕਾਂ ਦੀ ਮੌਤ ਹੋਈ ਹੈ। 24 ਘੰਟਿਆਂ ਦੇ ਵਿੱਚ 2319 ਕੋਰੋਨਾ ਕੇਸ ਰਿਪੋਰਟ ਕੀਤੇ ਗਏ ਨੇ। ਲੁਧਿਆਣਾ ਅਤੇ ਜਲੰਧਰ ਦੇ ਵਿੱਚ 300 ਤੋਂ ਵੱਧ ਨਵੇਂ ਮਾਮਲੇ ਦਰਜ ਹੋਏ ਨੇ। ਮੋਹਾਲੀ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦੇ ਵਿੱਚ 200 ਤੋਂ ਵੱਧ ਕੇਸ ਰਿਪੋਰਟ ਕੀਤੇ ਗਏ। ਇਸ ਦੇ ਨਾਲ 19000 ਦੇ ਕਰੀਬ ਐਕਟਿਵ ਕੇਸ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਚ ਔਰ ਸਤੰਬਰ ਤੋਂ ਬਾਅਦ ਐਕਟਿਵ ਮਰੀਜ਼ਾਂ ਦਾ ਇਹ ਅੰਕੜਾ ਵਧਿਆ ਹੈ ਔਰ ਪੰਜਾਬ ਦਾ ਰਿਕਵਰੀ ਰੇਟ ਘਟ ਰਿਹਾ ਹੈ। ਰਿਕਵਰੀ ਰੇਟ 90% ਤੋਂ ਹੇਠਾਂ ਪਹੁੰਚਿਆ ਹੈ। ਤਾਂ ਰਿਕਵਰੀ ਰੇਟ ਘਟ ਰਿਹਾ ਹੈ, 90% ਤੋਂ ਹੇਠਾਂ ਇਹ ਰਿਕਵਰੀ ਰੇਟ ਪਹੁੰਚਿਆ ਹੈ ਔਰ ਲਗਾਤਾਰ ਅੰਕੜੇ ਵਧਦੇ ਜਾ ਰਹੇ ਨੇ, ਜੋ ਕਿ ਆਪਣੇ ਆਪ ਦੇ ਵਿੱਚ ਡਰਾਉਣ ਵਾਲੇ ਨੇ। ਤਾਂ 24 ਘੰਟਿਆਂ ਵਿੱਚ 58 ਮਰੀਜ਼ਾਂ ਨੇ ਦਮ ਤੋੜ ਦਿੱਤਾ। ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਸ਼ਾਮਿਲ ਨੇ। ਹੁਸ਼ਿਆਰਪੁਰ ਦੇ ਵਿੱਚ 10 ਅਤੇ ਜਲੰਧਰ ਨਵਾਂ ਸ਼ਹਿਰ ਦੇ ਵਿੱਚ 9 ਲੋਕਾਂ ਦੀ ਮੌਤ ਹੋਈ ਹੈ। ਤਾਂ ਪੂਰੇ 24 ਘੰਟਿਆਂ ਦਾ ਹਾਲ ਤੁਹਾਨੂੰ ਦੱਸ ਦਿੰਦੇ ਕਿ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ ਕੀ ਕੁਝ ਤਬਦੀਲੀਆਂ ਕੇਸਿਸ ਦੇ ਵਿੱਚ ਹੋਈਆਂ। ਨਵੇਂ ਕੇਸ ਦੀ ਗੱਲ ਕੀਤੀ ਜਾਏ ਤਾਂ 2319 ਨਵੇਂ ਕੇਸ ਪੰਜਾਬ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ ਰਿਪੋਰਟ ਕੀਤੇ ਗਏ। ਮੌਤਾਂ ਦੀ ਗੱਲ ਹੋਵੇ ਤਾਂ 58 ਮੌਤਾਂ ਹੋਈਆਂ ਨੇ। ਹਾਲਾਂਕਿ 1870 ਮਰੀਜ਼ ਠੀਕ ਵੀ ਹੋਏ ਨੇ ਔਰ ਜ਼ਿਲ੍ਹੇ ਵਾਈਜ਼ ਵੀ ਤੁਹਾਨੂੰ ਦੱਸ ਦਿੰਦੇ ਆ। ਹੁਸ਼ਿਆਰਪੁਰ ਦੇ ਵਿੱਚ 24 ਘੰਟਿਆਂ ਦਾ ਹਾਲ ਵੀ ਤੁਹਾਨੂੰ ਦੱਸਾਂਗੇ। ਨਵੇਂ ਕੇਸ ਜੋ ਹੁਸ਼ਿਆਰਪੁਰ ਦੇ ਵਿੱਚ ਰਿਪੋਰਟ ਕੀਤੇ ਗਏ ਨੇ ਉਹ ਹੈ 230। ਇਸ ਦੇ ਨਾਲ ਮੌਤਾਂ ਦੇ ਅਗਰ ਅੰਕੜਿਆਂ ਦੀ ਗੱਲ ਕੀਤੀ ਜਾਏ ਤਾਂ 10 ਮੌਤਾਂ ਹੋਈਆਂ ਨੇ। ਹਾਲਾਂਕਿ 219 ਮਰੀਜ਼ਾਂ ਨੇ ਕੋਰੋਨਾ ਵਾਇਰਸ ਤੇ ਜਿੱਤ ਹਾਸਲ ਕੀਤੀ ਹੈ, ਯਾਨੀ ਕਿ 219 ਮਰੀਜ਼ ਠੀਕ ਹੋਏ ਨੇ। ਤਾਂ ਹੁਸ਼ਿਆਰਪੁਰ ਦੇ ਵਿੱਚ ਜੋ ਪੋਜ਼ਿਟਿਵ ਕੇਸ ਨੇ ਉਹ 203 ਨੇ ਔਰ ਉਹਨਾਂ ਚੋਂ 219 ਲੋਕ ਰਿਕਵਰ ਹੋ ਚੁੱਕੇ ਨੇ ਔਰ 24 ਘੰਟਿਆਂ ਵਿੱਚ 10 ਮਰੀਜ਼ਾਂ ਦੀ ਜਾਨ ਗਈ ਹੈ। ਅੱਗੇ ਵਧਦੇ ਆ ਜਲੰਧਰ ਦਾ ਵੀ ਹਾਲ ਤੁਹਾਨੂੰ ਦੱਸ ਦਈਏ ਤਾਂ 24 ਘੰਟਿਆਂ ਵਿੱਚ ਜਲੰਧਰ ਦੇ ਵਿੱਚ 309 ਨਵੇਂ ਕੇਸ ਰਿਪੋਰਟ ਕੀਤੇ ਗਏ। 9 ਲੋਕਾਂ ਦੀ ਮੌਤ ਹੋਈ ਹੈ ਔਰ 473 ਲੋਕ ਠੀਕ ਹੋਏ ਨੇ। ਤਾਂ ਜਲੰਧਰ ਦੇ ਵਿੱਚ 24 ਘੰਟਿਆਂ ਦਾ ਹਾਲ ਤੁਹਾਡੀ ਟੀਵੀ ਸਕਰੀਨ ਤੇ। ਇਸ ਦੇ ਨਾਲ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਨਵਾਂ ਸ਼ਹਿਰ ਦੇ ਵਿੱਚ 24 ਘੰਟਿਆਂ ਦਾ ਹਾਲ ਵੀ ਤੁਹਾਨੂੰ ਦੱਸ ਦਿੰਦੇ ਆ। ਨਵੇਂ ਕੇਸ 85 ਰਿਕਾਰਡ ਕੀਤੇ ਗਏ ਨੇ। 9 ਲੋਕਾਂ ਦੀ ਮੌਤ ਹੋਈ ਹੈ ਔਰ 44 ਲੋਕ ਠੀਕ ਵੀ ਹੋਏ ਨੇ। ਤਾਂ ਨਵੇਂ ਕੇਸ ਜੋ ਨਵਾਂ ਸ਼ਹਿਰ ਤੋਂ ਸਾਹਮਣੇ ਆਏ ਨੇ ਉਹ ਹੈ 85 ਨਵੇਂ ਕੇਸ ਰਿਕਾਰਡ ਕੀਤੇ ਗਏ ਨੇ। ਇਸ ਦੇ ਨਾਲ ਲੁਧਿਆਣਾ ਦੀ ਗੱਲ ਕੀਤੀ ਜਾਏ ਤਾਂ ਲੁਧਿਆਣਾ ਦੇ ਵਿੱਚ ਵੀ ਫਿਲਹਾਲ ਨਾਈਟ ਕਰਫਿਊ ਲੱਗਿਆ ਹੋਇਆ ਹੈ ਔਰ 24 ਘੰਟਿਆਂ ਦੇ ਵਿੱਚ ਨਵੇਂ ਕੇਸ 341 ਨਵੇਂ ਕੇਸ ਰਿਪੋਰਟ ਕੀਤੇ ਗਏ। 2 ਲੋਕਾਂ ਦੀ ਮੌਤ ਹੋਈ ਹੈ ਔਰ 286 ਮਰੀਜ਼ ਠੀਕ ਵੀ ਹੋਏ ਨੇ। ਤਾਂ ਰਿਕਵਰੀ ਰੇਟ ਲੁਧਿਆਣਾ ਦਾ ਠੀਕ ਹੈ। ਗੱਲ ਮੋਹਾਲੀ ਦੇ ਵੀ ਕਰਾਂਗੇ ਤੇ ਮੋਹਾਲੀ ਦੇ ਵਿੱਚ ਵੀ ਲਗਾਤਾਰ ਅੰਕੜਾ ਵਧ ਰਿਹਾ ਹੈ। 24 ਘੰਟਿਆਂ ਦਾ ਹਾਲ ਤੁਹਾਡੀ ਟੀਵੀ ਸਕਰੀਨ ਤੇ। ਨਵੇਂ ਕੇਸ 295 ਰਿਕਾਰਡ ਕੀਤੇ ਗਏ ਨੇ। 2 ਮੌਤਾਂ ਹੋਈਆਂ ਨੇ। ਹਾਲਾਂਕਿ 178 ਲੋਕ ਠੀਕ ਵੀ ਹੋਏ ਨੇ। ਤਾਂ ਮੋਹਾਲੀ ਦੇ ਵਿੱਚ 178 ਲੋਕ ਠੀਕ ਹੋਏ ਨੇ। ਤਾਂ ਲਗਾਤਾਰ ਕੋਰੋਨਾ ਵਾਇਰਸ
ਆਪਣਾ ਕਹਿਰ ਇੱਕ ਵਾਰ ਫਿਰ ਤੋਂ ਬਰਪਾਉਣਾ ਸ਼ੁਰੂ ਕਰ ਰਿਹਾ ਹੈ। ਕੇਸ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਨੇ ਔਰ ਇਸ ਦੀ ਜਿਹੜੀ ਮੁੱਖ ਵਜ੍ਹਾ ਹੈ ਉਹ ਲੋਕਾਂ ਦੀ ਲਾਪਰਵਾਹੀ ਨੂੰ ਮੰਨਿਆ ਜਾ ਰਿਹਾ ਹੈ। ਤਾਂ ਉਧਰ ਚੰਡੀਗੜ੍ਹ ਦੇ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਕੋਰੋਨਾ ਦੇ ਵਾਧੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਵਿੱਚ 31 ਮਾਰਚ ਤੱਕ ਸਕੂਲ ਕਾਲਜ ਬੰਦ ਕਰ ਦਿੱਤੇ ਨੇ। ਕੋਰੋਨਾ ਦੇ ਵਾਧੇ ਮਾਮਲਿਆਂ ਦੇ ਕਰਕੇ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਔਰ ਹੋਲੀ ਦੇ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ ਨੇ। ਘਰਾਂ ਦੇ ਵਿੱਚ ਹੋਲੀ ਮਨਾਉਣ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ। ਸਿਆਸੀ ਅਤੇ ਵਿਆਹ ਸਮਾਗਮ ਵੀ ਡੀਸੀ ਦੀ ਇਜਾਜ਼ਤ ਦੇ ਨਾਲ ਹੀ ਹੋਣਗੇ ਔਰ ਵਿਆਹਾਂ ਦੇ ਵਿੱਚ ਡੀਜੇ ਦੇ ਲਈ ਵੀ ਡੀਸੀ ਤੋਂ ਪਰਮਿਸ਼ਨ ਲੈਣੀ ਹੋਵੇਗੀ। ਰੈਸਟੋਰੈਂਟ ਦੇ ਵਿੱਚ 10 ਵਜੇ ਤੋਂ ਬਾਅਦ ਆਰਡਰ ਨਹੀਂ ਦਿੱਤਾ ਜਾਵੇਗਾ। 11 ਵਜੇ ਤੱਕ ਸਾਰੇ ਰੈਸਟੋਰੈਂਟ ਬੰਦ ਕਰ ਦਿੱਤੇ ਜਾਣਗੇ। ਮਿਊਜ਼ੀਅਮ, ਲਾਇਬ੍ਰੇਰੀ, ਆਡੀਟੋਰੀਅਮ ਤੇ ਥੀਏਟਰ ਵੀ ਬੰਦ ਕੀਤੇ ਜਾਣਗੇ ਔਰ ਸ਼ਹਿਰ ਦੇ ਵਿੱਚ ਮੇਲੇ ਤੇ ਪ੍ਰਦਰਸ਼ਨੀ ਦੀ ਇਜਾਜ਼ਤ ਨਹੀਂ ਹੈ। ਤੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਮੇਲੇ ਅਮੂਮਨ ਚੱਲਦੇ ਰਹਿੰਦੇ ਨੇ ਉੱਥੇ ਫਿਲਹਾਲ ਇਜਾਜ਼ਤ ਨਹੀਂ ਹੈ, ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਮਾਲਸ ਅਤੇ ਹੋਟਲ ਦੇ ਵਿੱਚ 50% ਸਮਰੱਥਾ ਦੇ ਨਾਲ ਇਹਨਾਂ ਨੂੰ ਖੋਲ੍ਹਿਆ ਜਾਵੇਗਾ। ਤਾਂ ਚੰਡੀਗੜ੍ਹ ਦੇ ਵਿੱਚ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਔਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹ ਫੈਸਲੇ ਪ੍ਰਸ਼ਾਸਨ ਵੱਲੋਂ ਲਏ ਗਏ ਨੇ, ਜਿਨ੍ਹਾਂ ਦੇ ਵਿੱਚ ਵੱਡੇ ਫੈਸਲਿਆਂ ਦੇ ਵਿੱਚ ਸ਼ਾਮਿਲ ਹੈ ਕਿ ਮਿਊਜ਼ੀਅਮ, ਲਾਇਬ੍ਰੇਰੀ, ਆਡੀਟੋਰੀਅਮ ਤੇ ਥੀਏਟਰ ਬੰਦ ਰਹਿਣਗੇ ਔਰ 10 ਵਜੇ ਤੋਂ ਬਾਅਦ ਜੋ ਰੈਸਟੋਰੈਂਟ ਨੇ ਉਹ ਆਰਡਰ ਨਹੀਂ ਲੈ ਸਕਣਗੇ। ਸ਼ਹਿਰ ਦੇ ਵਿੱਚ ਮੇਲੇ ਤੇ ਪ੍ਰਦਰਸ਼ਨੀ ਦੀ ਵੀ ਇਜਾਜ਼ਤ ਨਹੀਂ ਹੋਵੇਗੀ ਔਰ ਮਾਲਸ ਅਤੇ ਹੋਟਲ ਦੇ ਵਿੱਚ 50% ਸਮਰੱਥਾ ਦੇ ਨਾਲ ਇਹਨਾਂ ਨੂੰ ਖੋਲ੍ਹਿਆ ਜਾਵੇਗਾ। ਹੁਣ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ। ਤਾਂ ਅੱਜ ਕਿਸਾਨ ਸ਼ਹੀਦੀ ਦਿਹਾੜਾ ਮਨਾ ਰਹੇ ਨੇ। ਦਿੱਲੀ ਬਾਰਡਰਾਂ ਦੀ ਸਟੇਜਾਂ ਦੀ ਕਮਾਨ ਅੱਜ ਨੌਜਵਾਨਾਂ ਦੇ ਹੱਥ ਹੋਵੇਗੀ। ਦਿੱਲੀ ਬਾਰਡਰਾਂ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਨੌਜਵਾਨ ਪਹੁੰਚਣਗੇ। ਖਟਕੜ ਕਲਾਂ ਦੇ ਵਿੱਚ ਵੀ ਕਿਸਾਨ ਅੱਜ ਵੱਡੀ ਰੈਲੀ ਕੀਤੀ ਜਾਵੇਗੀ ਕਿਸਾਨਾਂ ਵੱਲੋਂ ਔਰ ਰੈਲੀ ਦੇ ਵਿੱਚ ਪੰਜਾਬੀ ਕਲਾਕਾਰ ਵੀ ਸ਼ਾਮਿਲ ਹੋਣਗੇ। ਤੇ ਤੁਹਾਨੂੰ ਦੱਸ ਦਈਏ ਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਅੱਜ ਸ਼ਹੀਦੀ ਦਿਹਾੜਾ ਹੈ ਔਰ 23 ਮਾਰਚ 1931 ਨੂੰ ਇਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਸੀ ਔਰ ਅੱਜ ਦੇ ਦਿਨ ਯਾਨੀ ਕਿ 23 ਮਾਰਚ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਹਿਜ਼ 23 ਸਾਲ ਦੀ ਉਮਰ ਦੇ ਵਿੱਚ ਭਗਤ ਸਿੰਘ ਸ਼ਹੀਦ ਹੋ ਗਏ ਸੀ ਔਰ ਅੱਜ ਕਿਸਾਨਾਂ ਵੱਲੋਂ ਜੋ ਮੋਰਚਾ ਹੈ ਉਹ ਅੱਜ ਨੌਜਵਾਨਾਂ ਦੇ ਹੱਥ ਸੌਂਪਿਆ ਜਾਵੇਗਾ। ਅੱਜ ਨੌਜਵਾਨ ਸਟੇਜਾਂ ਦੀ ਕਮਾਨ ਸੰਭਾਲਣਗੇ। ਅੱਜ ਕਿਸਾਨ ਸ਼ਹੀਦੀ ਦਿਹਾੜਾ ਮਨਾਉਣਗੇ ਔਰ ਪੀਲੀਆਂ ਪੱਗਾਂ ਕਿਸਾਨਾਂ ਵੱਲੋਂ ਬੰਨੀਆਂ ਜਾਣਗੀਆਂ। ਤਾਂ ਦਿੱਲੀ ਬਾਰਡਰਾਂ ਦੇ ਸਟੇਜਾਂ ਦੀ ਕਮਾਨ ਨੌਜਵਾਨਾਂ ਦੇ ਹੱਥ ਹੋਵੇਗੀ। ਦਿੱਲੀ ਬਾਰਡਰਾਂ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚ ਵੀ ਰਹੇ ਨੇ। ਪੰਜਾਬ ਔਰ ਹਰਿਆਣਾ ਤੋਂ ਖਟਕੜ ਕਲਾਂ ਦੇ ਵਿੱਚ ਵੀ ਕਿਸਾਨ ਅੱਜ ਵੱਡੀ ਰੈਲੀ ਕਰਨਗੇ ਔਰ ਰੈਲੀ ਦੇ ਵਿੱਚ ਪੰਜਾਬੀ ਕਲਾਕਾਰ ਵੀ ਸ਼ਿਰਕਤ ਕਰਨਗੇ। ਤਾਂ ਅੱਜ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਅੱਜ ਸ਼ਹੀਦੀ ਦਿਹਾੜਾ ਹੈ। 23 ਮਾਰਚ 1931 ਨੂੰ ਉਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਸੀ ਔਰ 2 ਸਾਲ ਜੇਲ੍ਹ ਦੇ ਵਿੱਚ ਬੰਦ ਵੀ ਰਹੇ ਸੀ ਸ਼ਹੀਦ ਆਜ਼ਮ ਭਗਤ ਸਿੰਘ, ਜਿਸ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਔਰ ਮਹਿਜ਼ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਏ ਸੀ। ਅੱਜ ਉਹਨਾਂ ਨੂੰ ਹੀ ਯਾਦ ਕੀਤਾ ਜਾ ਰਿਹਾ। ਉਹਨਾਂ ਵੀਰ ਸਪੂਤਾਂ ਦੀ ਯਾਦ ਦੇ ਵਿੱਚ ਅੱਜ ਕਿਸਾਨ ਅੰਦੋਲਨ ਦੇ ਵਿੱਚ ਵੀ ਇਸ ਸ਼ਹੀਦੀ ਦਿਹਾੜੇ ਦਾ ਰੰਗ ਦੇਖਣ ਨੂੰ ਮਿਲੇਗਾ। ਅੱਜ ਯਾਦ ਕੀਤਾ ਜਾਵੇਗਾ ਸੂਰਮਿਆਂ ਨੂੰ ਔਰ ਤੁਹਾਨੂੰ ਦੱਸ ਦਈਏ ਕਿ ਅੱਜ ਪੀਲੀਆਂ ਪੱਗਾਂ ਬੰਨ੍ਹ ਕੇ ਸ਼ਹੀਦੀ ਦਿਹਾੜਾ ਨੌਜਵਾਨ ਮਨਾਉਣਗੇ। ਤਾਂ ਉਧਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਕਿਸਾਨ ਅੰਦੋਲਨ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਲਗਾਤਾਰ ਟੋਲ ਜਿਹੜੇ ਨੇ ਉਸ ਨੂੰ ਫ੍ਰੀ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ। ਪਿਛਲੇ 3-4 ਮਹੀਨਿਆਂ ਤੋਂ ਟੋਲ ਫ੍ਰੀ ਹੋਏ ਨੇ, ਜਿਸ ਦਾ ਖਾਮਿਆਜ਼ਾ ਭੁਗਤ ਰਹੀ ਹੈ ਸਰਕਾਰ ਵੀ। ਤਾਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੱਡਾ ਨੁਕਸਾਨ ਹੋਇਆ। ਹੁਣ ਤੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ 814 ਕਰੋੜ ਦਾ ਘਾਟਾ ਪਿਆ ਹੈ। ਰਾਜ ਸਭਾ ਦੇ ਵਿੱਚ ਨਿਤਿਨ ਗਡਕਰੀ ਨੇ ਇਸ ਦੀ ਪੂਰੀ ਜਾਣਕਾਰੀ ਦਿੱਤੀ। ਇਕੱਲੇ ਪੰਜਾਬ ਦੇ ਵਿੱਚ 487 ਕਰੋੜ ਦਾ ਨੁਕਸਾਨ ਹੋਇਆ ਔਰ ਹਰਿਆਣਾ ਦੇ ਵਿੱਚ 326 ਅਤੇ ਰਾਜਸਥਾਨ ਦੇ ਵਿੱਚ 1.4 ਕਰੋੜ ਦਾ ਘਾਟਾ ਪਿਆ ਹੈ ਔਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਟੋਲ ਪਲਾਜ਼ਿਆਂ ਤੇ ਧਰਨਾ ਜਿਹੜਾ ਹੈ ਉਸ ਦੇ ਕਰਕੇ ਇੱਕ ਘਾਟਾ ਹੋਇਆ ਹੈ। ਤਾਂ ਪੰਜਾਬ ਔਰ ਹਰਿਆਣਾ ਦੇ ਵਿੱਚ ਟੋਲ ਪਲਾਜ਼ਿਆਂ ਤੇ ਧਰਨੇ ਮੁਜ਼ਾਹਰੇ ਚੱਲਦੇ ਰਹੇ, ਜਿਸ ਨੂੰ ਲੈ ਕੇ ਟੋਲ ਪਲਾਜ਼ਿਆਂ ਨੂੰ ਫ੍ਰੀ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਇਹ ਸਾਰਾ ਨੁਕਸਾਨ ਉਹ ਜਿਹੜਾ ਖਾਮਿਆਜ਼ਾ ਹੈ ਉਹ ਦੇਸ਼ ਨੂੰ ਭੁਗਤਣਾ ਪਿਆ। ਤਾਂ ਹੁਣ ਤੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ 814 ਕਰੋੜ ਦਾ ਘਾਟਾ ਪੈ ਚੁੱਕਿਆ ਹੈ। ਰਾਜ ਸਭਾ ਦੇ ਵਿੱਚ ਨਿਤਿਨ ਗਡਕਰੀ ਨੇ ਇਸ ਦੀ ਜਾਣਕਾਰੀ ਦਿੱਤੀ। ਇਕੱਲੇ ਪੰਜਾਬ ਦੇ ਵਿੱਚ 487 ਕਰੋੜ ਦਾ ਨੁਕਸਾਨ ਹੋਇਆ, ਹਰਿਆਣਾ ਦੇ ਵਿੱਚ 326 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ
अगर गल राजस्थान की करिए तो राजस्थान दे विच 1 करोड़ 40 लाख का घाटा राजस्थान सरकार नूं पिया है और पंजाब अते हरियाणा विच टोल प्लाजिया ते धरने दे करके यह सारा घाटा पिया है। तो किसानी अंदोलन के करके लगातार किसानों वालों टोल प्लाजे फ्री कर दिए गए थे और पिछले 4-5 महीनों तो टोल प्लाजे लगातार पंजाब दे विच फ्री ने, जिसनूं लैके घाटा पै रहा है और नेशनल हाईवे अथॉरिटी ऑफ इंडिया नूं घाटा पिया। राज्य सभा दे विच नितिन गडकरी वालों इसकी जानकारी दी गई कि कल पंजाब दे विच 487 करोड़ का नुकसान होया है, क्योंकि जदों टोल चल रहे सी नियमित रूप दे नाल ते उस वेले आमदन जिहड़ी है नेशनल हाईवे अथॉरिटी ऑफ इंडिया नूं हुंदी सी, पर हुण पंजाब दे विच 487 करोड़ का नुकसान भुगतना पै रहा और हरियाणा दे विच 326 करोड़ का नुकसान इन्हां टोल फ्री दे करके होया है। हुण गल करांगे भारत पाकिस्तान के अधिकारियों विचाले होण जारी एक अहम मीटिंग दी। दिल्ली दे विच भारत पाक अधिकारियों विचाले बैठक होनी है। सिंधु जल समझौते ते चर्चा होण जा रही है और कल भी होवेगी दोहां देशों के अधिकारियों विचाले बैठक। ते 2 दिन की बैठक है और इस मुतल्लक इस दौरान कई अहम मसलियां ते गलबात की जानी है। इस बार 2 साल बाद ये बैठक हो रही है। पुलवामा कांड तो बाद गलबात बंद सी। तुहानूं दस दें कि 2019 14 फरवरी 2019 नूं पुलवामा कांड होया सी, जिस दे विच 40 CRPF के जवान शहीद हो गए सन और उस तो बाद लगातार गलबात का सिलसिला पाकिस्तान दे नाल खत्म सी। पर अज दिल्ली दे विच भारत पाक अधिकारियों विचाले 2 साल बाद बैठक होनी है और सिंधु जल समझौते ते गलबात की जाएगी। कल भी दोहां देशों के अधिकारियों विचाले बैठक होगी। तो 2 दिन की यह बैठक जिस दौरान सिंधु जल समझौते ते गलबात होनी है। इस बार 2 साल बाद बैठक हो रही है और पुलवामा कांड तो बाद बंद सी गलबात। तो पुलवामा कांड जो कि 14 फरवरी 2019 नूं होया सी, उस तो बाद गलबात का सिलसिला बंद सी, गलबात नहीं हो रही सी, ब्रेक लगी हुई सी। पर हुण 2 साल बाद एक बार फिर तो अधिकारियों के विच गलबात होण जा रही है और 2 दिन तक एक बैठक चलनी है जिथे कि सिंधु जल समझौते ते गलबात की जानी है। तो सिंधु जल समझौते ते गलबात होनी है। गलबात बॉर्डर सिक्योरिटी ते भी हो सकती है। तो तमाम मसले जो कि भारत और पाकिस्तान दे विच चलते आए ने उन्हां ते गलबात की जा सकती है, पर जो मुख्य मसला रहेगा वो रहेगा सिंधु जल समझौता, जिससे गलबात होनी है। 2 दिन की यह बैठक जिथे कि भारत और पाकिस्तान के अधिकारियों विचाले बैठक होनी है। 2 साल बाद ये बैठक होने जा रही है। 2 साल पहला बैठक हुई सी और अमूमन हर साल बैठक हुंदी सी और फिलहाल गलबात का सिलसिला रुकिया होया सी, पर हुण एक बार फिर तो गलबात होनी है और सिंधु जल समझौते ते गलबात होगी। इस दे नाल जो बॉर्डर सिक्योरिटी का मसला है उससे भी गलबात हो सकती है। फिलहाल इस पूरी खबर से वधेरे जानकारी वास्ते मेरे सहयोगी शैलेंद्र वांगू साडे नाल दिल्ली तो जुड़ चुके हैं। शैलेंद्र, क्या कुछ जानकारी आपके पास? आज एक अहम मीटिंग होने जा रही है, क्या कुछ मसले आज डिस्कस किए जा सकते हैं? देखिए नुबजा, आपको बता दें कि जो इंडस वाटर ट्रीटी है 1960 की, उसके बाद एक आयोग बनाया गया था, कमीशन बनाया गया था और ये कमीशन हर साल मीटिंग करता है और पिछले कई सालों से मीटिंग चल रही है। हालांकि जो वॉर्स हुई है इंडिया पाकिस्तान के बीच में 65 और 71 की वॉर भी और कारगिल के टाइम में भी, इन मीटिंग्स पर कभी असर नहीं पड़ा। आपको याद दिला दें कि पिछले साल पैंडेमिक के चलते ये मीटिंग्स नहीं हुई थी और ये टेक्निकल मीटिंग्स हैं। इसमें सिंधु जल समझौते को लेकर जो टेक्निकलिटीज हैं, पानी का बहाव है, डेटा शेयरिंग है, इन तमाम पहलुओं पर बातचीत होती है। आज भी उन्हीं पहलुओं पर बातचीत होगी और जो इंडस कमीशन भारत के जो कमिश्नर हैं उन्होंने हमसे बात की थी। उन्होंने हमको बताया कि जो भारतीय प्रोजेक्ट्स को लेकर पाकिस्तान की जो आपत्तियां हैं उन पर भी इस बैठक में बातचीत होगी। अपने आप में ये बैठक काफी महत्वपूर्ण इसलिए भी है क्योंकि 370 हटाए जाने के बाद, 35 हटाए जाने के बाद और खासतौर से पुलवामा हमले के बाद ये पहली ऐसी बैठक होगी जहां पर भारत और पाकिस्तान अधिकारी आमने सामने होंगे, फिजिकली प्रेजेंट होंगे। ये एक अच्छा पॉजिटिव मैसेज भी है। आपको ये भी याद दिला दें कि अब से कुछ दिन पहले भारत और पाकिस्तान के बीच सीज फायर की बहाली हुई थी और अब से कुछ दिनों के अंदर ही भारत और पाकिस्तान के विदेश मंत्री भी आमने सामने होने वाले हैं दुशानबे तजिकिस्तान में। तो कहीं ना कहीं एक सही माहौल बन रहा है भारत और पाकिस्तान के रिश्तों की वापस बहाली के लिए। जी, तो शैलेंद्र, क्या बॉर्डर सिक्योरिटी को लेकर भी बातचीत हो सकती है आज की बैठक में? बॉर्डर सिक्योरिटी जो है वो इसका मसला नहीं है। ये सिर्फ वाटर शेयरिंग को लेकर दोनों देश बातचीत करते हैं। आपको याद दिला दें कि सिंधु जल समझौते के तहत 6 नदियों के पानी के शेयरिंग को लेकर ये समझौता हुआ था, जिसमें 3 नदियां पंजाब में है तो 3 नदियां
जम्मू कश्मीर में है। जी। इनके बॉर्डर शेयरिंग को लेकर बातचीत होती है, डेटा शेयरिंग को लेकर जब वहां बाढ़ आती है उसको लेकर भी डेटा शेयर किया जाता है। तो इसका मतलब सिर्फ और सिर्फ पानी के जल के शेयरिंग को लेकर, बहाव को लेकर ये मीटिंग्स की जाती हैं। और जो प्रोजेक्ट्स बनाए जाते हैं, जैसे वो डैम बनाया जाता है, उसमें अगर किसी को टेक्निकल आपत्ति हो, खासतौर से पाकिस्तान इस तरह के मुद्दे उठाता रहा है, तो उनको दूर करने के लिए बातचीत के जरिए इस तरह की मीटिंग्स की जाती है। जी ठीक है शैलेंद्र, फिलहाल शुक्रिया तमाम जानकारी के लिए। ਤਾਂ ਵੱਡੀ ਬੈਠਕ ਹੋਣ ਜਾ ਰਹੀ ਹੈ। ਹਾਲਾਂਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੀ ਮਾਰ ਹੇਠ ਇਹ ਬੈਠਕ ਨਹੀਂ ਹੋਈ ਸੀ ਔਰ ਉਸ ਤੋਂ ਪਹਿਲਾਂ ਪੁਲਵਾਮਾ ਅਟੈਕ ਹੋਇਆ ਸੀ ਤਾਂ ਉਸ ਦੇ ਮੱਦੇਨਜ਼ਰ ਵੀ ਬ੍ਰੇਕ ਲੱਗੀ ਹੋਈ ਸੀ ਗੱਲਬਾਤ ਤੇ। ਪਰ ਤੁਹਾਨੂੰ ਦੱਸ ਦਈਏ ਕਿ 2 ਸਾਲ ਬਾਅਦ ਬੈਠਕ ਹੋਣ ਜਾ ਰਹੀ ਹੈ ਭਾਰਤ ਔਰ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਔਰ 2 ਦਿਨ ਤੱਕ ਇਹ ਬੈਠਕ ਚੱਲਣੀ ਹੈ, ਜਿਸ ਦੇ ਵਿੱਚ ਸਿੰਧੂ ਜਲ ਸਮਝੌਤੇ ਤੇ ਗੱਲਬਾਤ ਕੀਤੀ ਜਾਵੇਗੀ ਔਰ ਜੋ ਕੁਝ ਵੀ ਇਸ ਦੀਆਂ ਤਕਨੀਕੀ ਜੋ ਡੀਟੇਲਸ ਹੋਣਗੀਆਂ ਉਸ ਨੂੰ ਡਿਸਕਸ ਕੀਤਾ ਜਾਵੇਗਾ ਔਰ ਕੱਲ ਵੀ ਦੋਹਾਂ ਦੇਸ਼ਾਂ ਦੇ ਅਧਿਕਾਰੀ ਬੈਠਕ ਕਰਨਗੇ ਔਰ ਇਸ ਵਾਰ 2 ਸਾਲ ਬਾਅਦ ਇਹ ਬੈਠਕ ਹੋਣ ਜਾ ਰਹੀ ਹੈ ਔਰ ਬੇहद ਅਹਿਮ ਇਸ ਨੂੰ ਮੰਨਿਆ ਜਾ ਰਿਹਾ ਹੈ। फिलहाल विलायक छोटे से कमर्शियल ब्रेक दा आगे भी खबरों का सिलसिला लगातार जारी है।